गुरगद्दी ते विराजमान शब्द गुरु अवतार हल्द पलदा राखा बाणी बोइत तंदरा श्री गुरु ग्रंथ साहिब दे पावन हजूरी अंदर सच बैठे गुरु खालसा सत संग जीओ आओ जो चिਰਾਂ ਤੋਂ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਇਹ ਬਹੁਤ ਦੁਰਲਭ ਮੁਸ਼ਕਲਾਂ ਦੇ ਨਾਲ ਮਿਲਿਆ ਹੋਇਆ ਮਨੁੱਖਾ ਜੀਵਨ ਸਾਡਾ ਸਫਲ ਹੋ ਜਾਵੇ। ਜਮਾਂ ਦੀ ਬਾਤ ਤੋਂ ਬਾਜੀਏ ਨਿਤੰਦ ਤੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾੜਿਆਂ ਸਾੜਿਆਂ ਤੋਂ ਬਚ ਜਾਈਏ। ਆ ਵਾਰ-ਵਾਰ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਨਿਖਿਲ ਝੂਨੀਆਂ ਦਾ ਦੁੱਖ ਸਹਾਰਦੇ ਆ। ਇਹਨਾਂ ਦੁੱਖਾਂ ਤੋਂ ਸਾਨੂੰ ਛੁਟਕਾਰਾ ਮਿਲ ਜਾਵੇ। ਅੱਜ ਕੀ ਦੇਖਦੇ ਸੰਸਾਰ ਵਿੱਚ ਅਸੀਂ ਜੋ ਪਾਤਸ਼ਾਹ ਨੇ ਸਾਨੂੰ ਤਕਰੀਬਨ 550 ਸਾਲ ਤੋਂ ਪਹਿਲਾਂ ਇਹ ਗੱਲ ਕਹਿਤੀ ਕਿ ਮੇਰੀ ਨਿਗਾਹ ਵਿੱਚ ਸਾਰਾ ਸੰਸਾਰ ਮੈਨੂੰ ਦੁਖੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਤ੍ਰਿਸ਼ਨਾ ਇਹਦੀ ਅੱਗ ਵਿੱਚ ਸੜ ਰਿਹਾ ਹੈ, ਦੁਖੀ ਹੋ ਰਿਹਾ। ਮਿਹਰਬਾਨ ਪਾਤਸ਼ਾਹ ਕਿਰਪਾ ਕੀਤੀ ਸੰਸਾਰ ਦੇ ਜੀਵਾਂ ਤੇ ਕਿ ਬਹੁਤ ਜ਼ਿਆਦਾ ਪੈਂਡਾ ਪੈਰੀ ਤੈਅ ਕਰਕੇ ਜਿੱਥੇ ਜਿੱਥੇ ਤਪਦਿਆਂ ਹਿਰਦਿਆਂ ਦੀ ਹਾਏ ਹਾਏ ਦੀ ਆਵਾਜ਼ ਆਉਂਦੀ ਸੀ ਨਾ, ਦੁਖੀ ਬਹੁਤ ਜ਼ਿਆਦਾ ਦੁਖੀ ਸੀ, ਉੱਥੇ ਉੱਥੇ ਪਹੁੰਚੇ। ਚਾਹੇ ਉਹ ਧਰਮ ਦੇ ਰਾਹੀਂ ਦੁਖੀ ਸੀ, ਚਾਹੇ ਮਨ ਕਰਕੇ ਦੁਖੀ ਸੀ, ਚਾਹੇ ਤਨ ਕਰਕੇ ਦੁਖੀ ਸੀ, ਉਹਨਾਂ ਦੁਖੀਆਂ ਦੀ ਹਾਏ ਹਾਏ ਦੀ ਆਵਾਜ਼ ਸੁਣ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉੱਥੇ ਆਪ ਪਹੁੰਚ ਗਏ। ਦੇਖੋ, ਸਰਬੱਤ ਦਾ ਭਲਾ ਮੰਗਣ ਵਾਲੇ ਤੇ ਸਰਬੱਤ ਦਾ ਭਲਾ ਕਰਨ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿੱਥੇ ਕਿਤੇ ਆਵਾਜ਼ ਆਈ ਕਿਸੇ ਨੇ ਯਾਦ ਕੀਤਾ, ਕਿਸੇ ਦਾ ਵਾਅਦਾ ਪੂਰਾ ਕਰਨ ਵਾਸਤੇ ਕਿਸੇ ਨੂੰ ਗਿਆਨ ਦੇ ਕੇ ਤਾਰਨ ਵਾਸਤੇ, ਜਿੱਥੋਂ ਜਿੱਥੋਂ ਵੀ ਆਵਾਜ਼ ਭਿਆਨਕ ਦੁੱਖ ਦੀ ਆਈ, ਉੱਥੇ ਪਾਤਸ਼ਾਹ ਜੀ ਆਪ ਪਹੁੰਚੇ ਵੀ ਉਹਦਾ ਦੁੱਖ ਕੱਟ ਕੇ ਆਈਏ। ਆਪਾਂ ਬਾਬਰ ਦੇ ਕੂਕਦੇ ਦੀ ਆਵਾਜ਼, ਉਹਦੇ ਜ਼ੁਲਮ ਦੀ ਆਵਾਜ਼, ਜਿਨ੍ਹਾਂ ਲੋਕਾਂ ਨੂੰ ਉਹ ਦੁੱਖ
ਦੁਖੀ ਕਰ ਰਿਹਾ ਸੀ, ਮਾਰ ਰਿਹਾ ਸੀ, ਕੁੱਟ ਰਿਹਾ ਸੀ, ਲਿਤਾੜ ਰਿਹਾ ਸੀ, ਉਹਨਾਂ ਲੋਕਾਂ ਦੀ ਆਵਾਜ਼ ਜਦੋਂ ਆਈ ਤੇ ਪਾਤਸ਼ਾਹ ਅਹਿਮਦਾਬਾਦ ਪਹੁੰਚ ਗਏ। ਉੱਥੇ ਪਾਤਸ਼ਾਹ ਨੇ ਰੱਬ ਨੂੰ ਵੀ ਇਲਾਮਾ ਦਿੱਤਾ, ਕਹਿੰਦੀ ਇੱਥੇ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ। ਕਹਿੰਦੇ ਇੰਨੀ ਰੋਣ ਕੁਰਲਾਉਣ ਦੀ ਆਵਾਜ਼ ਪਰਮੇਸ਼ਰ ਆਈ, ਇਹ ਆਵਾਜ਼ ਮੈਨੂੰ ਸੁਣ ਕੇ ਤੈਨੂੰ ਨਹੀਂ ਸੁਣੀ, ਇਸ ਜੁਰਮ ਤੇ ਤੈਨੂੰ ਤਰਸ ਨਹੀਂ ਆਇਆ। ਉਹਦਾ ਬਾਬਰ ਦੁਖੀ ਸੀ, ਕਿਉਂਕਿ ਦੁਖੀ ਬੰਦਾ ਕਈ ਵਾਰ ਪੈਰੋਂ ਮਰਨ ਤੱਕ ਪਹੁੰਚ ਜਾਂਦਾ ਹੈ। ਚਾਹੇ ਉਹ ਆਤਮ ਮੌਤ ਮਰੇ ਤੇ ਚਾਹੇ ਉਹ ਸਰੀਰਕ ਤੌਰ ਤੇ ਮਰਨਾ ਚਾਹੇ। ਆਤਮ ਤੌਰ ਤੇ ਕੋਈ ਬਿਰਲਾ ਮਰਨਾ ਚਾਹੁੰਦਾ ਹੈ, ਸਰੀਰਕ ਤੌਰ ਤੇ ਬਹੁਤ ਮਾਰਨਾ ਚਾਹੁੰਦੇ। ਜੇ ਕਿਤੇ ਕੌਡੇ ਰਾਖਸ਼ ਦੇ ਜ਼ੁਲਮ ਦੀ ਜੀਵਾਂ ਦੀ ਆਵਾਜ਼ ਆਈ, ਉੱਥੇ ਚਲੇ ਗਏ। ਜਦੋਂ ਸੱਜਣ ਠੱਗ ਲੋਕਾਂ ਨੂੰ ਲੰਗਰ ਪ੍ਰਸ਼ਾਦਾ ਛਕਾ ਕੇ ਤੇ ਮਾਰਦਾ ਸੀ, ਉਹ ਮਰਨ ਲੱਗਿਆ ਮਰਨ ਵਾਲਿਆਂ ਦੀ ਹਾਏ ਹਾਏ ਦੀ ਆਵਾਜ਼ ਵੀ ਗੁਰੂ ਨਾਨਕ ਸਾਹਿਬ ਦੇ ਕੰਨਾਂ ਵਿੱਚ ਪਈ, ਉੱਥੇ ਵੀ ਪਹੁੰਚ ਗਈ। ਅਖੀਰ ਗੁਰੂ ਨਾਨਕ ਨੂੰ ਪਾਤਸ਼ਾਹ ਨੂੰ ਕਹਿਣਾ ਪਈ ਇਹ ਗੱਲ ਕਿ ਸਾਰਾ ਸੰਸਾਰ ਦੁਖੀ ਹੈ। ਇਹ ਤੇ ਲੋਕ ਮੋਟੀਆਂ ਉਦਾਹਰਨਾਂ ਸੀ ਨਾ, ਕੋਈ ਵਿਸ਼ੇ ਵਿਕਾਰਾਂ ਕਾਰਨ ਦੁਖੀ ਹੈ, ਕੋਈ ਦੁੱਖ ਕਰਕੇ ਦੁਖੀ ਹੈ, ਕੋਈ ਭੁੱਖ ਕਰਕੇ ਦੁਖੀ ਹੈ, ਕੋਈ ਵਿਛੋੜੇ ਕਰਕੇ ਦੁਖੀ ਹੈ, ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ। ਕੋਈ ਕਿਸੇ ਨੂੰ ਵੱਢ ਕੇ ਚਿੰਤਾ ਸਤਾ ਰਹੀਆਂ ਨੇ, ਉਹ ਵੀ ਦੁਖੀ ਹੈ। ਕੁੱਲ ਬਣਾ ਕੇ ਪਾਤਸ਼ਾਹ ਨੇ ਕਿਹਾ ਕਿ ਸਾਰਾ ਸੰਸਾਰ ਦੁਖੀ ਹੈ। ਤੇ ਦੁਖੀ ਕਿਉਂ ਹੈ? ਦੁਖੀ ਕਿਉਂ ਆ? ਆਪਾਂ ਕੱਲ ਵਿਚਾਰ ਕਰ ਰਹੇ ਸਾਂ, ਗੁਰਬਾਣੀ ਚ ਪਈ ਬਹੁਤ ਵਾਰ ਵਿਛੋੜੇ ਦੀ ਗੱਲ ਆਈ। ਇਨਸਾਨ ਵਿਛੋੜੇ ਕਰਕੇ ਦੁਖੀ ਹੈ। ਜੀਵ ਉਸ ਅਕਾਲ ਕਰਨੋਂ ਵਿਛੜ ਕਾਰਨ ਵਿਛੋੜੇ ਕਾਰਨ ਦੁਖੀ ਹੈ। ਆਪਾਂ ਅੱਜ ਦੇ ਹੁਕਮ ਵਿੱਚ ਵੀ ਜਿਹੜਾ ਅੰਮ੍ਰਿਤ ਵੇਲੇ ਸਾਨੂੰ ਪਾਤਸ਼ਾਹ ਨੇ ਬਖਸ਼ ਕੀਤਾ, ਭਗਤ ਰਵਿਦਾਸ ਸਾਹਿਬ ਨੇ, ਉਹਦੇ ਵਿੱਚ ਵੀ ਭਗਤ ਰਵਿਦਾਸ ਨੇ ਸਾਨੂੰ ਕਿਹਾ, ਸਮਝਾਇਆ। ਪਰ ਪਿਆਰੋ, ਜਿਹੜਾ ਮਹਾਂਪੁਰਸ਼ ਹੁੰਦਾ ਨਾ, ਰੱਬ ਦਾ ਪਿਆਰਾ ਹੁੰਦਾ, ਉਹ ਕੁਝ ਭੇਦ ਰੱਖ ਕੇ ਗੱਲ ਕਰਦਾ ਹੈ। ਕੋਈ ਸਮਝ ਲੈ ਤੇ ਗੱਲ ਵੱਖਰੀ ਹੈ, ਨਾ ਸਮਝੋ ਉਹਦੀ ਮਰਜ਼ੀ। ਇੰਨਾ ਕੁ ਕੰਮ ਰੱਬ ਦਾ ਪਿਆਰਾ ਜਿਹੜਾ ਉਹ ਦੂਜਿਆਂ ਤੇ ਛੱਡ ਦਿੰਦਾ ਹੈ। ਵਿਛੋੜੇ ਦੀ ਗੱਲ ਉਹਨਾਂ ਨੇ ਅੱਜ ਅੰਮ੍ਰਿਤ ਵੇਲੇ ਦੇ ਹੁਕਮ ਵਿੱਚ ਕੀਤੀ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖ। ਕੀ ਆਪਾਂ ਵਿਛੜੇ ਸਾਰੇ ਉਸ ਮਾਰਗ ਨਾਲੋਂ?
ਮਾਰਗ ਤੇ ਆਪਣੇ ਅੰਗ ਸੰਗ। ਭਗਤ ਰਵਿਦਾਸ ਸਾਹਿਬ ਨੇ ਇੱਕ ਗੱਲ ਕਹੀ, ਕਹਿੰਦੇ ਤੇਰੇ ਸੱਜਣਾ ਹੱਥ ਪੈਰ ਦੂਰ ਹੈ ਤੇਰੇ ਨਾਲੋਂ ਤੇਰੇ ਹੱਥ ਪੈਰ ਦੂਰ ਹੈ, ਉਹ ਤੇਰੇ ਹੱਥਾਂ ਪੈਰਾਂ ਨਾਲੋਂ ਵੀ ਲਾਗੇ ਨਜ਼ਦੀਕ ਹੈ। ਅੰਗਾਂ ਦੇ ਨਾਲ ਲੱਗਾ ਹੋਏ, ਸੰਗ ਅੰਗ ਸੰਗ, ਅੰਗਾਂ ਦੇ ਨਾਲ ਲੱਗਾ ਹੋਇਆ ਜਿਹੜਾ ਉਹਦੇ 24 ਘੰਟੇ ਸਾਡੇ ਸਾਥ। ਕਿਵੇਂ ਸਮਝਾਂਗੇ ਕਿ ਅਸੀਂ ਵਿਛੜੇ ਹੋਏ ਨਾਲ? ਕੁੱਲ ਮਿਲਾ ਕੇ ਜਦੋਂ ਉਹਦੇ ਅਸੀਂ ਅੰਦਰਲੇ ਤਹਿ ਤੱਕ ਜਾਵਾਂਗੇ, ਜਿਸ ਤਰ੍ਹਾਂ ਭਗਤ ਰਵਿਦਾਸ ਆ ਬੈਠੇ ਨੇ, ਭਗਤ ਕਬੀਰ ਸਾਹਿਬ ਜੀ ਮਹਾਰਾਜ, ਇਹਨਾਂ ਨੇ ਇੱਕ ਗੱਲ ਬੜੀ ਗੂੜ ਦੀ ਗੱਲ ਕੀਤੀ, ਰਹਿਸ ਭਰੀ ਗੱਲ ਕੀਤੀ। ਕਿਹੜੀ? ਨਰੂ ਮਰੇ ਨਰ ਕਾਮ ਨ ਆਵੇ, ਪਸ਼ੂ ਮਰੇ 10 ਕਾਜ ਸਵਾਰੇ। ਅੱਜ ਪੜ੍ਹਾਈ ਦਾ ਜ਼ਮਾਨਾ ਪਿਆਰਿਓ ਬਹੁਤ ਵੱਡਾ ਬਾਹਰੀ ਗਿਆਨ ਲੋਕਾਂ ਦੇ ਕੋਲ, ਬਾਹਰੀ ਗਿਆਨ ਬਹੁਤ ਵੱਡਾ ਲੋਕਾਂ ਦੇ ਕੋਲ। ਉਸ ਬਾਹਰੀ ਗਿਆਨ ਦੇ ਨਾਲ ਬੰਦਾ ਬੋਲਣ ਵਾਲੇ ਤੇ ਤਰਕ ਕਰ ਸਕਦਾ ਹੈ ਵੀ ਏਦਾਂ ਨਹੀਂ ਏਦਾਂ। ਜਿੱਦਾਂ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤਾਂ ਨੇ ਤੇ ਗੁਰੂਆਂ ਨੇ ਸਭ ਨੇ ਤਰਕ ਦੇ ਨਾਲ ਗੱਲ ਕੀਤੀ। ਆਪਾਂ ਕਈਆਂ ਮਹੀਨਿਆਂ ਤੋਂ ਵਿਚਾਰ ਕਰਦੇ ਆ ਰਹੇ ਹਾਂ ਕਿ ਜਨਮਾਂ ਜਨਮਾਂਤਰਾਂ ਦੀ ਲੱਗੀ ਮੈਲ ਦੇ 4 ਕਾਰਨ ਸਾਡੇ ਬਜ਼ੁਰਗਾਂ ਨੇ, ਮਹਾਂਪੁਰਸ਼ਾਂ ਨੇ ਲੱਭੇ ਸੀ। ਇਸ਼ਨਾਨ ਕਰਨਾ, ਚੁੱਪ ਰਹਿਣਾ, ਸਭ ਕੁਝ ਛੱਡਣਾ ਸਿਖਾਉਣਾ, ਮਨ ਨੂੰ ਰਿਝਾਉਣਾ, ਔਰ ਔਖੀ ਬਹੁਤ ਔਖੀ ਵਿਦਿਆ ਵੇਦਾਂ ਸ਼ਾਸਤਰਾਂ ਦੀ ਪੜ੍ਹਾਈ ਪੜ੍ਹਨੀ। ਪਾਤਸ਼ਾਹ ਨੇ ਉਹਨਾਂ ਸਾਰੀਆਂ ਗੱਲਾਂ ਤੇ ਤਰਕ ਕੀਤੀ। ਜੇ ਇਸ਼ਨਾਨ ਦੀ ਗੱਲ ਕੀਤੀ ਵੀ ਇਸ਼ਨਾਨ ਤੀਰਥਾਂ 'ਚ ਜਾ ਕੇ ਬੰਦੇ ਦਾ ਮਨ ਸ਼ੁੱਧ ਹੋ ਜਾਂਦਾ ਹੈ, ਜਿਸ ਕਾਰਨ ਪਾਪਾਂ ਦੀ ਮੈਲ ਦੇ ਕਾਰਨ ਜੀਵ ਦੁਖੀ ਹੁੰਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੰਸਾਰ ਦੇ ਜਿੰਨੇ ਵੀ ਧਰਮ ਨੇ, ਇਸ ਗੱਲ ਨੂੰ ਤੇ ਸਭ ਨੇ ਮੰਨਿਆ ਵੀ ਸਾਡੇ ਪਾਪ ਕਰਮ ਕੀਤਿਆਂ ਦੀ ਮੈਲ ਮਨ ਨੂੰ ਲੱਗੀ। ਉਹ ਧੋਣ ਦੇ ਵੱਖਰੇ ਵੱਖਰੇ ਢੰਗ ਸਭ ਨੇ ਦੱਸੇ। ਕਿਸੇ ਨੇ ਕੋਈ ਢੰਗ ਦੱਸਿਆ, ਕਿਸੇ ਨੇ ਕੋਈ ਢੰਗ ਦੱਸਿਆ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਾਰਿਆਂ ਨੂੰ ਖੰਡਨ ਨਹੀਂ ਕੀਤਾ, ਤਰਕ ਕੀਤੀ ਉੱਤੇ ਵੀ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋ ਸਕਦੀ। ਆਪਣਾ ਰਾਹ ਵੀ ਦੱਸਿਆ, ਦੂਜੇ ਦੇ ਰਾਹ ਦਾ ਖੰਡਨ ਨਹੀਂ ਕੀਤਾ ਵੀ ਹੈ ਰਸਤਾ ਇਹ ਵੀ ਚੰਗਾ ਮਾੜਾ ਨਹੀਂ, ਰਸਤਾ ਤੁਹਾਡਾ ਵੀ ਚੰਗਾ ਹੈ, ਪਰ ਕਿਤੇ ਨਾ ਕਿਤੇ ਜਾ ਕੇ ਇੱਥੇ ਬੰਦਾ ਧੋਖਾ ਖਾ ਸਕਦਾ। ਤੀਰਥ ਮੁਕਤੀ ਦਾ ਧਾਰਿਆ, ਦੁੱਖਾਂ ਦੇ ਨਾਸ਼ਕ ਨੇ ਤੀਰਥ, ਪਰ ਉੱਥੇ ਜਾਣ ਦਾ ਢੰਗ ਤਰੀਕਾ ਜੇ ਸਹੀ ਵਰਤਿਆ ਗਿਆ ਤੇ ਮੁਕਤੀ ਦਾ ਘਰ ਕੇਂਦਰ ਵੀ ਆ, ਮੁਕਤੀ ਦਾ ਘਰ ਵੀ ਆ ਤੀਰਥ, ਤੇ ਦੁੱਖਾਂ ਦਾ ਨਾਸ਼ ਕਰਨ ਵਾਲਾ ਵੀ ਹੈ। ਤੇ ਜੇ ਸਾਡਾ ਢੰਗ ਜਾਣ ਦਾ ਗਲਤ ਹੋ ਗਿਆ, ਹੋ ਸਕਦਾ ਸਾਡੀ ਹੋਰ ਥੋੜੀ ਜਿਹੀ ਮੈਲ ਸਾਡੇ ਮਨ ਨੂੰ ਲੱਗ ਜਾਵੇ, ਅਸੀਂ ਹੋਰ
ਮਨ ਨੂੰ ਮੈਲਾ ਕਰਕੇ ਆ ਜਾਈਏ। ਹੁਣ ਬਾਬਾ ਭਗਤ ਕਬੀਰ ਸਾਹਿਬ ਦੀ ਗੱਲ ਕਰ ਰਹੇ ਸੀ, ਉਹਦੇ ਨਰੂ ਮਰੇ ਨਰ ਕਾਮ ਨਾ ਆਵੇ। ਕਹਿੰਦੇ ਬੰਦਾ ਮਰਦਾ ਏ ਤੇ ਕਿਸੇ ਦੇ ਕੰਮ ਨਹੀਂ ਆਉਂਦਾ। ਅਸੀਂ ਇਹੋ ਹੀ ਅਰਥ ਕਰਾਂਗੇ ਨਾ ਬਾਹਰੋਂ ਦਾ। ਕਿੰਨਾ ਵੱਡਾ ਰਹਿਸ ਇਹਦੇ ਵਿੱਚ, ਕਿੰਨਾ ਵੱਡਾ ਗੂੰਜ ਹੈ ਇਹਦੇ ਵਿੱਚ, ਕਿੰਨਾ ਵੱਡਾ ਭੇਦ ਲੁਕਿਆ ਹੋਇਆ ਇਹਦੇ ਵਿੱਚ। ਉਹ ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ। ਵੀ ਨਰ ਮਰਦਾ ਏ ਤੇ ਕਿਸੇ ਦੇ ਕੰਮ ਨਹੀਂ ਆਉਂਦਾ। ਪਸ਼ੂ ਮਰੇ 10 ਕਾਰ ਸਵਾਰੇ, ਪਸ਼ੂ ਮਰਦਾ ਤੇ 10 ਕਾਰ ਸਵਾਰਦਾ। ਚਮੜਾ ਕੰਮ ਆਉਂਦਾ, ਜੁੱਤੀ ਬਣਦੀ ਹੈ। ਨੌ ਖੋਰਿਆ ਉਹਦੇ ਸਿੰਘ ਆ, ਉਹਦੇ ਬਟਨ ਬਣਦੇ ਆ। ਮਾਸ ਲੋਕ ਖਾਂਦੇ ਆ। ਅੱਜ ਕੁਝ ਦਾ ਵੱਖਰਾ ਗੱਲ, ਅੱਜ ਦੀ ਕੁਝ ਵੱਖਰੀ ਗੱਲ ਆ। ਪਹਿਲਾਂ ਆਮ ਲੋਕ ਮਰੇ ਡੰਗਰਾਂ ਦਾ ਮਾਸ ਖਾਂਦੇ। ਵੀ ਉਹਦਾ ਤੇ ਹੱਡ, ਚਰਮ, ਮਾਸ ਸਭ ਕੁਝ ਕੰਮ ਆਉਂਦਾ ਹੈ। ਬੰਦਾ ਕਿਸੇ ਕੰਮ ਨਹੀਂ ਆਉਂਦਾ। ਪੜ੍ਹੇ ਲਿਖੇ ਜ਼ਮਾਨਾ ਹੋਣ ਕਰਕੇ, ਵਿਦਿਆ ਦੇ ਕਾਰਨ ਭਾਰੀ ਗਿਆਨ ਆ ਗਿਆ ਤੇ ਸਰੀਰਕ ਗਿਆਨ ਵੀ ਆ ਗਿਆ। ਤੇ ਕੋਲ ਕੋਈ ਬੰਦਾ ਡਾਕਟਰ ਬੈਠਾ ਹੋਵੇ, ਉਹ ਕਹਿ ਦੂ ਇਹ ਤੇ ਝੂਠ ਬੋਲਦੇ ਤੁਸੀਂ, ਕਬੀਰ ਤੋਂ ਝੂਠਾ ਕਰ ਦੂ। ਕਬੀਰ ਸਾਹਿਬ ਝੂਠੇ ਨੇ। ਬੰਦੇ ਦੀਆਂ ਅੱਖਾਂ ਕੰਮ ਆਉਂਦੀਆਂ ਨੇ, ਗੁਰਦੇ, ਲੀਵਰ ਸਭ ਕੁਝ ਕੰਮ ਆਉਂਦਾ ਹੈ। ਕੀ ਕੰਮ ਨਹੀਂ ਆਉਂਦਾ ਬੰਦੇ ਦਾ? ਬੰਦੇ ਦਾ ਸਭ ਕੁਝ ਕੰਮ ਆਉਂਦਾ ਹੈ ਸਰੀਰ। ਤੇ ਭਗਤ ਕਬੀਰ ਸਾਹਿਬ ਝੂਠੇ ਹੋ ਗਏ। ਉਹ ਝੂਠਾ ਕਿਹਨੇ ਕੀਤਾ? ਉਹ ਅਸੀਂ ਝੂਠਾ ਕੀਤਾ ਨਾ, ਕਿਉਂਕਿ ਸਾਨੂੰ ਉਹਦੀ ਵਿਚਾਰ ਨਹੀਂ ਆਈ। ਅਸੀਂ ਨੂੰ ਵਿਚਾਰ ਗਲਤ ਕਰਦੇ ਹੋਏ। ਦਰਅਸਲ ਗੁਰੂ ਭਗਤ ਕਬੀਰ ਸਾਹਿਬ ਨੇ ਕਹਿਣਾ ਕੀ ਚਾਹੁੰਦੇ ਸੀ? ਉਹ ਚਾਹੁੰਦੇ ਸੀ ਵੀ ਜਦੋਂ ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਜਾਂਦੀ, ਨਰੂ ਮਨੁੱਖਤਾ ਮਰ ਜਾਂਦੀ ਨਰ ਦੇ ਅੰਦਰੋਂ, ਉਹ ਕਿਸੇ ਦੇ ਕੰਮ ਨਹੀਂ ਆਉਂਦਾ। ਉਹ ਦੁਖੀ ਤੇ ਭਾਵੇਂ ਕਿਸੇ ਨੂੰ ਕਰ ਦੇਵੇ, ਸੁਖੀ ਕਰਨ ਦਾ ਯਤਨ ਨਹੀਂ ਕਰਦਾ। ਜਦੋਂ ਮਨੁੱਖਤੇ ਦੇ ਅੰਦਰ ਮਨੁੱਖਤਾ ਨਾ ਰਹੂਗੀ ਤੇ ਫਿਰ ਉੱਥੇ ਕੀ ਹੋਊਗਾ? ਪਸ਼ੂਪਨ ਹੋਊਗਾ ਨਾ। ਸਿੱਧੀ ਜੀ ਗੱਲ ਹੈ ਵੀ ਫਿਰ ਪਸ਼ੂਪਨ ਹੀ ਆਉਣਾ। ਪਸ਼ੂ ਦੁਖੀ ਕਰਦਾ ਹੈ, ਪਸ਼ੂ ਮਾਰਦਾ ਹੈ। ਪਸ਼ੂ ਖਤਰਨਾਕ ਜਾਨਵਰ ਨੇ, ਖਾ ਜਾਂਦੇ ਨੇ ਬੰਦਿਆਂ ਨੂੰ, ਪਾੜ ਦਿੰਦੇ ਨੇ ਬੰਦਿਆਂ ਨੂੰ। ਸੱਪ ਆ, ਸ਼ੇਰ ਆ, ਹੋਰ ਬਥੇਰੇ ਜਾਨਵਰ ਨੇ। ਕਹਿੰਦੇ ਉਹ ਜਿਹੜੀ ਦੁਖੀ ਕਰਨ ਵਾਲੀ ਬਿਰਤੀ ਸੀ, ਪਸ਼ੂਪਨ ਸੀ ਜਿਹੜਾ, ਜਦੋਂ ਇਸੇ ਇਨਸਾਨ ਦੇ ਅੰਦਰੋਂ, ਇਸੇ ਮਨੁੱਖ ਦੇ ਅੰਦਰੋਂ ਉਹ ਮਰ ਗਿਆ ਤੇ ਫਿਰ ਕੀ ਹੋਇਆ? 10 ਕਾਰਜ ਸਵਾਰੇ। ਉਹੀ ਬੰਦਾ ਫਿਰ 10 ਲੋਕਾਂ ਦੇ ਭਲੇ ਕਰਨ ਲੱਗ ਗਿਆ, ਕਾਰਜ ਸਵਾਰਨ ਲੱਗ ਗਿਆ। ਰੋਂਦੇ ਨੂੰ ਹਸਾਉਣ ਲੱਗ ਗਿਆ, ਡਿੱਗੇ ਨੂੰ ਚੁੱਕ ਕੇ ਗੱਲ ਨਾਲ ਲਾਉਣ ਲੱਗ ਗਿਆ, ਦੁਖੀ ਦਾ ਸਾਥ ਦੇਣ ਲੱਗ ਗਿਆ, ਪਰਉਪਕਾਰ ਦੇ ਕੰਮ ਕਰਨ ਲੱਗ ਗਿਆ, ਦਾਨ ਪੁੰਨ ਕਰਨ ਲੱਗ ਗਿਆ। ਪਹਿਲਾਂ ਖੋ ਕੇ ਖਾਣ ਵਾਲਾ ਸੀ, ਹੁਣ ਦੇ ਕੇ ਹੱਥੋਂ ਦੇਣ ਵਾਲਾ ਬਣ ਗਿਆ। ਹਰ ਗੱਲ ਦੇ ਵਿੱਚ ਭੇਦ ਹੁੰਦਾ ਪਿਆ। ਰਮਜ ਹੁੰਦੀ, ਡੂੰਘੀ ਰਮਜ ਹੁੰਦੀ। ਹੁਣ ਭਗਤ ਸਾਹਿਬ, ਕਬੀਰ ਸਾਹਿਬ, ਭਗਤ ਰਵਿਦਾਸ ਸਾਹਿਬ ਆ ਬੈਠੇ ਨੇ, ਇਹਨਾਂ ਨੇ ਗਲਤ ਨਹੀਂ ਕਿਹਾ ਵੀ ਬਹੁਤ ਜਨਮ ਪਿਛਲੇ ਥੇ ਮਾਧੋ, ਇਹ ਜਨਮ ਤੁਮਾਰੇ ਵੇਖੇ। ਉਹਨਾਂ ਦਾ ਭਾਵ ਇਹਨਾਂ ਦਾ ਇਹ ਆ, ਭਗਤ ਰਵਿਦਾਸ ਸਾਹਿਬ ਦਾ, ਵੀ ਇਹ ਅਕਾਲ ਪੁਰਖ ਤੈਨੂੰ ਭੁੱਲਿਆ ਨੂੰ ਬਹੁਤ ਜਨਮ ਹੋ ਗਏ, ਤੈਨੂੰ ਭੁੱਲਿਆ ਨੂੰ ਬਹੁਤ ਜਨਮ ਹੋ ਗਏ।
ਹੁਣ ਮੈਨੂੰ ਥੋੜੀ ਜਿਹੀ ਸਮਝ ਲੱਗੀ ਹੈ ਸਾਧ ਸੰਗ ਦੇ ਰਾਹੀਂ, ਜਦੋਂ ਕਥਾ ਕਹਾਣੀਆਂ ਸੁਣੀਆਂ ਸੰਗਤ ਵਿੱਚੋਂ, ਵੀ ਅਸੀਂ ਤਾਂ ਉਹਨੂੰ ਭੁੱਲੇ ਹੀ ਫਿਰਦੇ ਹਾਂ, ਤੇ ਪਤਾ ਨਹੀਂ ਕਿੰਨੇ ਕੁ ਜਨਮ, ਬਹੁਤ ਜਨਮ ਵਿਛੜੇ ਤੇ ਮਾਰੋ, ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਭੁੱਲੇ ਆ ਰਹੇ ਹਾਂ। ਗੱਲ ਥੋੜੀ ਜਿਹੀ ਸਪਸ਼ਟ ਵੀ ਹੋ ਗਈ ਤੇ ਸਮਝ ਵਿੱਚ ਵੀ ਆ ਗਈ। ਆਪਾਂ 12ਵਾਂ ਪੜ੍ਹਦੇ ਹਾਂ, ਉੱਥੇ ਪਾਸ਼ਾ ਨੇ ਸਾਨੂੰ ਪਤਾ ਕੀ ਸਮਝਾਇਆ? ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਦੁਖੀ ਕਿੱਦਾਂ ਬੰਦਾ ਰੋਗਾ ਕਰਦੀ ਹੈ ਨਾ। ਅੱਜ ਨਾ ਅਸੀਂ ਚੋਰ ਦੂਤ ਕਹਿੰਦੇ ਆ ਨਾ, ਕਾਂਗਰੂ ਨੂੰ ਮੂੰਹ ਕਰ ਦੋ, ਇਹ ਰੋਗ ਵੀ ਬਹੁਤ ਵੱਡੇ ਪੈ ਰਹੇ, ਇਹ ਰੋਗਾਂ ਦਾ ਵੀ ਰੂਪ ਧਾਰਨ ਕਰਦੇ ਆ। ਇਹਨਾਂ ਵਿੱਚੋਂ ਵੀ ਰੋਗ ਬਹੁਤ ਪੈਦਾ ਹੁੰਦੇ ਨੇ। ਹੰਕਾਰ ਦੀ ਗੱਲ ਕਰਦੇ ਨਾ, ਕਾਂਗਰੂ ਨੂੰ ਮੂੰਹ ਕਰ ਦੇ। ਹੰਕਾਰ ਤੋਂ ਕਿੱਡਾ ਵੱਡਾ ਰੋਗ ਪੈਦਾ ਹੋਇਆ। ਹਉਮੈ ਦੀਰਘ ਰੋਗ ਹੈ, ਕਹਿੰਦੇ ਬਹੁਤ ਪੁਰਾਣਾ ਰੋਗ। ਤੇ ਦੁਖੀ ਵੀ ਬੰਦਾ ਇਸੇ ਕਰਕੇ, ਜਦੋਂ ਪੁਰਾਣਾ ਰੋਗ ਇੰਨਾ ਹੋਵੇ, ਇਹ ਜਿਹੜੇ ਦੂਤ ਸੀਗੇ ਜਿਨ੍ਹਾਂ ਨੂੰ ਸੁਣਨਾ ਕਾਂਗਰੂ ਨੂੰ ਘਰ ਕਿਹਾ, ਇਹਨਾਂ ਰੋਗਾਂ ਦਾ ਵੀ ਰੂਪ ਧਾਰਿਆ ਨਾ। ਧੰਨ ਗੁਰੂ ਨਾਨਕ ਸਾਹਿਬ ਵੀ ਕਹਿ ਰਹੇ ਨੇ, ਕਹਿੰਦੇ ਹਉਮੈ ਇਹ ਹੰਕਾਰ ਬਹੁਤ ਵੱਡਾ ਰੋਗ ਹੈ। ਹਰ ਅੱਜ ਦਾ ਨਹੀਂ, ਜੋ ਇਨਸਾਨ ਪੈਦਾ ਹੋਇਆ ਉਦੋਂ ਤੋਂ ਦਰਦ ਕਰਦਾ ਹੈ। ਜਦੋਂ 84 ਲੱਖ ਜੂਨ ਦੀ ਉਤਪਤੀ ਕਿਤੇ ਹੋਈ, ਸਿਰਜਣਾ ਹੋਈ, ਉਦੋਂ ਤੋਂ ਚੱਲਦਾ ਆ ਰਿਹਾ। ਹੁਣ ਕੌਣ ਦੱਸ ਸਕਦਾ ਵੀ ਕਦੋਂ ਤੋਂ ਸੰਸਾਰ ਦੀ ਉਤਪਤੀ ਹੋਈ? ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ। ਜਿਹੜਾ ਬਾਲਕ ਪੜਾਉਣ ਵਾਲਾ ਸ੍ਰਿਸ਼ਟੀ ਨੂੰ ਉਹੀ ਦੱਸ ਸਕਦਾ ਹੈ, ਉਹਨੂੰ ਹੀ ਪਤਾ ਵੀ ਕਦੋਂ ਇਹ ਸ੍ਰਿਸ਼ਟੀ ਪੈਦਾ ਹੋਈ। ਕਿਸੇ ਨੂੰ ਕੋਈ ਪਤਾ ਨਹੀਂ, ਅੰਦਾਜ਼ੇ ਬਾਕੀ ਸਭ ਨੇ ਅੰਦਾਜ਼ੇ ਲਾਏ, ਬਾਕੀ ਸਭ ਨੇ ਅੰਦਾਜ਼ੇ ਲਾ ਕੇ ਦੱਸੇ ਵੀ ਸੰਸਾਰ ਇਸ ਤਰ੍ਹਾਂ ਹੋਂਦ ਵਿੱਚ ਆਇਆ। ਜਦੋਂ ਕੋਈ ਹੈ ਹੀ ਨਹੀਂ ਸੀ ਦੱਸਣ ਵਾਲਾ ਵੀ ਸੰਸਾਰ ਕਦੋਂ ਬਣਿਆ, ਜਦੋਂ ਕੋਈ ਥਿਤ ਨਹੀਂ ਸੀ, ਕੋਈ ਵਾਰ ਨਹੀਂ ਸੀ, ਜਦੋਂ ਕੋਈ ਵੇਦ ਨਹੀਂ ਸੀ, ਜਦੋਂ ਕੋਈ ਸ਼ਾਸਤਰ ਨਹੀਂ ਸੀ, ਕਦ ਯਾਦ ਰਹੀ? ਕਿਸ ਤਰ੍ਹਾਂ ਯਾਦ ਰਹੀ? ਇਹ ਤਾਂ ਬੋਲਣਾ ਵੀ ਨਹੀਂ ਸੀ ਆਉਂਦਾ ਉਸ ਟਾਈਮ ਤੇ, ਇਹ ਤਾਂ ਬਾਹਰ ਦਾ ਗਿਆਨ ਵੀ ਹੈ ਨਹੀਂ ਸੀਗਾ। ਇਸ ਵਕਤ ਕੌਣ ਦੱਸਦਾ ਵੀ ਸੰਸਾਰ ਇਸ ਟਾਈਮ ਬਣਿਆ? ਉਦੋਂ ਤੋਂ ਲੈ ਕੇ ਰੋਗ ਨਾਲ ਚੱਲੇ। ਜੇ ਹਉਮੈ ਦੇ ਰੋਗ ਹੈ, ਇਹ ਵੱਡਾ ਪੁਰਾਣਾ ਰੋਗ ਨਾਲ ਚੱਲਿਆ, ਤੇ ਕਾਂਗਰੂ ਨੂੰ ਵੀ ਹੰਕਾਰ ਨਾਲ ਚੱਲੇ ਨਾ। ਕਾਮ ਨਾ ਹੁੰਦਾ, ਸੰਸਾਰ ਕਿੱਦਾਂ ਪੈਦਾ ਹੁੰਦਾ? ਕ੍ਰੋਧ ਨਾ ਹੁੰਦਾ, ਲੜਾਈ ਕਿੱਦਾਂ ਹੁੰਦੀ? ਲੋਭ ਨਾ ਹੁੰਦਾ, ਇੱਕ ਦੂਜੇ ਨੂੰ ਮਾਰਦੇ ਕਿਉਂ? ਮੋਹ ਨਾ ਹੁੰਦਾ, ਪਰਿਵਾਰ ਨੂੰ ਪਰਿਵਾਰ ਪਾਲਦਾ ਕਿੱਦਾਂ? ਸੰਸਾਰ ਠਾਕੁਰ ਤੇ ਸਮਾਂ ਜ਼ਿਆਦਾ ਹੋ ਗਿਆ। ਪਾਤਸ਼ਾਹ ਕਿਰਪਾ ਕਰੇ, ਸਾਰਾ ਸੰਸਾਰ ਦੁਖੀ, ਆਪਾਂ ਦੁਖੀ ਦੀ ਗੱਲ ਕਰ ਰਹੇ ਹਾਂ। ਦੁਖੀ ਅਸਲ ਤਾਂ ਕਾਰਨ ਤੇ ਵੱਡਾ ਹੋਈ ਆ ਵੀ ਲੱਗੀ ਜਨਮਾਂ ਜਨਮਾਂਤਰਾਂ ਦੀ ਸਾਡੇ ਕੀਤੇ ਪਾਪ ਕਰਮਾਂ ਦੀ ਮੈਲ ਕਾਰਨ ਅਸੀਂ ਦੁਖੀ ਆ। ਉਹ ਤੋਂ ਰੋਗ, ਫਿਰ ਅੱਗੇ ਰੋਗ ਤੋਂ ਰੋਗ ਚੱਲਦੇ ਆਉਂਦੇ ਆ। ਪਾਤਸ਼ਾਹ ਕਿਰਪਾ ਕਰੇ, ਆਪਾਂ ਵਿਚਾਰ ਕਰ ਰਹੇ ਸਾਂ, ਸੁਣੇ ਦੁਖ ਪਾਪ ਕਾ ਨਾਸ਼। ਗੁਰੂ ਤੋਂ ਸੁਣਾਂਗੇ
ਸਾਡੇ ਦੁੱਖਾਂ ਦਾ ਪਾਪਾਂ ਦਾ ਨਾਸ਼ ਹੋ ਸਕਦਾ, ਫਿਰ ਗੁਰੂ ਦੇ ਸ਼ਬਦ ਸੁਣੇ ਤੋਂ ਬਗੈਰ ਨਹੀਂ ਹੋ ਸਕਦਾ। ਇੰਨੀ ਬੇਨਤੀਆਂ ਪ੍ਰਵਾਨ ਕਰਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਨ ਦੇ ਕੱਲ ਜੋ ਪਾਤਸ਼ਾਹ ਆਪਣੇ ਤੇ ਕਿਰਪਾ ਕਰਨਗੇ ਉਹ ਜੀ ਆਪਾਂ ਕੱਲ ਨੂੰ ਵਿਚਾਰ ਕਰਨਾ ਹੋਗੇ। ਆਓ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।